ਗੁਰਬਾਣੀ ਅਨੁਸਾਰ ਆਤਮਾ ਨੂੰ ਜਾਣਨਾ ਜਾਂ ਆਤਮ ਗਿਆਨ ਪ੍ਰਾਪਤ ਕਰਨਾ ਜੀਵਨ ਦਾ ਸਭ ਤੋਂ ਉੱਚਾ ਮਨੋਰਥ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਆਤਮਾ ਕੋਈ ਵੱਖਰੀ ਚੀਜ਼ ਨਹੀਂ, ਸਗੋਂ ਪ੍ਰਾਤਮਾ ਦਾ ਅੰਸ਼ ਹੈ। ਜਿਹੜਾ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ, ਇੱਕ ਫੇਕ ਆਇਡੈਂਟੀਟੀ ਹੈ ਜਿਹੜੀ ਕਿ ਜੰਮਣ ਤੋਂ ਬਾਅਦ ਸਰੀਰ ਨੂੰ ਨਾਮ ਦਿੱਤਾ ਜਾਂਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਉਸ ਦਾ ਮੂਲ ਕੀ ਹੈ। ਆਤਮਾ ਚੀਨਣਾ, ਆਪਣੇ ਅੰਦਰ ਝਾਤ ਮਾਰਨਾ ਅਤੇ ਆਪਣੇ ਸੁਭਾਅ ਨੂੰ ਪਰਖਣਾ। ਆਪ ਸਵਾਰੀ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਪ ਸਵਾਰੇ ਭਾਵ ਆਪਣੇ ਅੰਦਰ ਜਿਹੜੇ ਵਿਚਾਰ ਹਨ ਉਹਨਾਂ ਨੂੰ ਗੁਰਬਾਣੀ ਅਨੁਸਾਰ ਕਰਨਾ ਹੈ। ਜਿਵੇਂ ਗੁਰਬਾਣੀ ਦਾ ਉਪਦੇਸ਼ ਕਹਿੰਦਾ ਹੈ ਉਹਦੇ ਅਨੁਸਾਰ ਮਨ ਨੂੰ ਚਲਾਉਣਾ ਹੈ। ਤੇ ਇਹਦੇ ਤੋਂ ਪਹਿਲਾਂ ਤਾਂ ਇਹ ਸਮਝ ਲੱਗਦੀ ਹੈ ਕਿ ਮੈਂ ਜਿਹੜਾ ਸ਼ਬਦ ਹੈ ਆਪਣੇ ਆਪ ਨੂੰ ਸਰੀਰ ਸਮਝਣਾ, ਇਹ ਭਰਮ ਦੇ ਕਰਕੇ ਹਉਮੈ ਪੈਦਾ ਹੋਈ ਹੈ। ਹਉਮੈ ਦੇ ਕਰਕੇ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ। ਜਬ ਜਾਣੇ ਮੈਂ ਕਿਸ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਿੰਨਾ ਚਿਰ ਮੰਨਦਾ ਕਿ ਮੈਂ ਕੁਛ ਕਰਦਾ ਹਾਂ ਉਹਨਾਂ ਜਿਹੜੇ ਮੁੜ ਮੁੜ ਕੇ ਸਰੀਰ ਲੈਂਦਾ ਹੈ। ਪਰ ਜੇ ਇਹ ਹੁਕਮ ਦਾ ਹੋ ਜਾਵੇ ਤੇ ਹੁਕਮ ਦਾ ਸਾਰਾ ਜੱਗ ਹੈ, ਹੁਕਮ ਰੂਲਿੰਗ ਪਾਰਟੀ ਵਿੱਚ ਰਲ ਜਾਂਦਾ ਹੈ ਜਦੋਂ ਸ਼ਬਦ ਵਿੱਚ ਸਮਾ ਜਾਂਦਾ ਹੈ। ਹੁਣ ਆਪਾਂ ਆਪਣੇ ਅੰਦਰ ਝਾਤ ਮਾਰਨੀ ਹੈ, ਆਪਣੇ ਆਪ ਨੂੰ ਪਰਖਣਾ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੁਐਸਚਨ ਕਰੋ ਕਿ ਕੀ ਤੁਸੀਂ ਸਰੀਰ ਹੋ? ਜੇ ਅੰਦਰੋਂ ਜਵਾਬ ਆਉਂਦਾ ਹੈ ਮੈਂ ਸਰੀਰ ਨਹੀਂ ਹਾਂ, ਤੇ ਫਿਰ ਜੋ ਕੁਝ ਆਪਾਂ ਕਰ ਰਹੇ ਹਾਂ ਕੀ ਤੁਸੀਂ ਉਹ ਸਰੀਰ ਵਾਸਤੇ ਕਰ ਰਹੇ ਹੋ? ਜਿਵੇਂ ਕਿ ਘਰ-ਬਾਰ, ਮਾਇਆ, ਨੌਕਰੀ, ਪਰਿਵਾਰ। ਜਦੋਂ ਇਹਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਹ ਸਾਰਾ ਕੁਝ ਇਹ ਫਿਜ਼ੀਕਲ ਬਾਡੀ ਦੇ ਲਈ ਆਪਾਂ ਕਰ ਰਹੇ ਹਾਂ। ਤੇ ਜੇ ਫਿਜ਼ੀਕਲ ਬਾਡੀ ਲਈ ਕਰ ਰਹੇ ਹਾਂ ਤੇ ਇਸ ਦਾ ਮਤਲਬ ਹੈ ਕਿ ਆਪਾਂ ਨੂੰ ਆਪਣੇ ਦੇਹੀ ਗੁਪਤ ਵਿਦੇਹੀ ਦਿਸੇ, ਜਿਹੜੀ ਗੁਪਤ ਦੇਹੀ ਹੈ ਉਹਦਾ ਤੇ ਜਿਹੜੀ ਦੇਹੀ ਦਿਸਦੀ ਹੈ ਜਿਹੜਾ ਫਿਜ਼ੀਕਲ ਬਾਡੀ ਹੈ, ਆਪਾਂ ਨੂੰ ਉਹਦਾ ਗਿਆਨ ਨਹੀਂ ਹੈ। ਗੁਪਤ ਦੇਹੀ ਕੀ ਹੈ? ਜਿਹੜਾ ਆਪਣੇ ਅੰਦਰ ਗਿਆਨ ਹੈ, ਜੋਤ ਹੈ, ਅਕਲ ਹੈ, ਬੁੱਧ ਹੈ, ਆਤਮਾ ਹੈ, ਉਹਨੂੰ ਆਪਾਂ ਗੁਪਤ ਦੇਹੀ ਕਹਿੰਦੇ ਹੈਗੇ। ਪਰ ਜਿਹੜਾ ਪੰਜ ਤੱਤ ਦਾ ਸਰੀਰ ਹੈ, ਫਿਜ਼ੀਕਲ ਬਾਡੀ ਹੈਗੀ ਹੈ, ਉਹ ਵਿਦੇਹੀ, ਕਿਉਂਕਿ ਆਪਾਂ ਨੂੰ ਸਾਰਿਆਂ ਦੇ ਸਰੀਰ ਦਿਸਦੇ ਹਨ, ਵਿੱਚ ਜਿਹੜੀ ਗੁਪਤ ਜੋਤ ਹੈ ਉਹ ਨਹੀਂ ਦਿਸਦੀ। ਉਹਨੂੰ ਹੀ ਆਤਮਾ ਕਹਿੰਦੇ, ਉਹਨੂੰ ਹੀ ਜੋਤ ਕਹਿੰਦੇ, ਉਹਨੂੰ ਹੀ ਬੁੱਧ ਕਹਿੰਦੇ, ਉਹਨੂੰ ਹੀ ਅਕਲ ਕਹਿੰਦੇ ਹੈਗੇ। ਤੇ ਇਸ ਕਰਕੇ ਉਹਨੂੰ ਜੇ ਬੁੱਝਣਾ ਹੈ ਤਾਂ ਆਪਾਂ ਨੂੰ ਗੁਪਤ ਦੇਹੀ ਤੇ ਜਿਹੜੀ ਫਿਜ਼ੀਕਲ ਬਾਡੀ, ਜਿਹੜੀ ਦੇਹੀ ਦਿਸਦੀ ਹੈ, ਇਹਦੇ ਫਰਕ ਨੂੰ ਸਮਝਣਾ ਪਊਗਾ। ਹੁਣ ਜੇ ਆਪਣੀ ਜਿਹੜੀ ਗੁਪਤ ਦੇਹੀ ਹੈਗਾ ਤੇ ਉਹਦਾ ਜਿਹੜਾ ਭੋਜਨ ਹੈਗਾ ਉਹ ਸੱਚ ਹੈਗਾ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਹੁਣ ਜਿਹੜਾ ਗਿਆਨ ਗੁਰੂ, ਜਿਹੜਾ ਗੁਰਬਾਣੀ ਦਾ ਉਪਦੇਸ਼ ਹੈਗਾ ਉਹ ਆਪਾਂ ਨੇ ਲੈਣਾ ਹੈਗਾ, ਤਾਂ ਆਪਾਂ ਆਤਮਾ ਦੀ ਖੁਰਾਕ ਲੈ ਰਹੇ। ਪਰ ਜੇ ਉਹ ਲੈਂਦੇ ਹੀ ਨਹੀਂ, ਫਿਰ ਆਪਾਂ ਨੂੰ ਆਤਮਾ ਦੀ ਖੁਰਾਕ ਨਹੀਂ ਮਿਲ ਰਹੀ। ਨਾ ਮਿਲਣ ਕਰਕੇ ਹੀ ਆਪਣੇ ਅੰਦਰ ਜਿਹੜੇ ਵਿਕਾਰ ਹਨ, ਆਪਣੇ ਅੰਦਰ ਜਿਹੜੇ ਦੁੱਖ ਆ, ਤਕਲੀਫ ਹੈ, ਉਹ ਸਾਰੀ ਜਿਹੜੀ ਚਿੰਤਾਵਾਂ ਹਨ ਉਹਦਾ ਕਾਰਨ ਇਹੋ ਹੀ ਹੈ। ਜਿਹੜੀ ਖੁਰਾਕ ਉਹਨੂੰ ਚਾਹੀਦੀ ਹੈ ਨਾ ਮਿਲ ਰਹੀ ਹੋਵੇ ਤਾਂ ਫਿਰ ਉਹਦਾ ਜਿਹੜਾ ਸੰਤੁਲਨ ਵਿਗੜ ਜਾਂਦਾ ਹੈ। ਜੇ ਆਪਾਂ ਮੰਨੀਏ ਕਿ ਮੈਂ ਸਰੀਰ ਨਹੀਂ ਹਾਂ, ਇਹ ਸਰੀਰ ਨਹੀਂ ਹੈ, ਤਾਂ ਫਿਰ ਤੂੰ ਕੀ ਹੈਗਾ? ਇਸ ਜਵਾਬ ਨੂੰ ਕੋਈ ਲੱਭਣਾ ਚਾਹੁੰਦਾ ਹੈ ਜਾਂ ਉਹ ਲੱਭ ਰਿਹਾ ਹੈ ਤਾਂ ਫਿਰ ਉਹਨੂੰ ਇਹ ਪਤਾ ਕਰਨਾ ਚਾਹੀਦਾ ਹੈ ਜੋ ਮੈਂ ਹਾਂ ਫਿਰ ਉਹ ਕੀ ਹੈਗਾ। ਉਹਦੀ ਜਾਣਕਾਰੀ ਕਿੱਥੋਂ ਮਿਲੇਗੀ? ਉਹਦੀ ਜਾਣਕਾਰੀ ਤੁਹਾਨੂੰ ਗੁਰਬਾਣੀ ਦੇ ਉਪਦੇਸ਼ ਤੋਂ ਹੀ ਮਿਲਦੀ ਹੈ। ਕਿਉਂਕਿ ਪਹਿਲਾਂ ਤਾਂ ਜਦੋਂ ਦੇ ਸੰਸਾਰ ਵਿੱਚ ਪੈਦਾ ਹੋਏ ਹਾਂ, ਜੋ ਆਪਣੇ ਆਲੇ ਦੁਆਲੇ ਵਾਪਰ ਰਿਹਾ, ਜੋ ਗਿਆਨ ਮਿਲ ਰਿਹਾ ਹੈ, ਆਪਾਂ ਉਹਨੂੰ ਹੀ ਸੱਚ ਮੰਨਿਆ ਹੋਇਆ ਹੈ। ਇਸ ਕਰਕੇ ਜਿਹੜੇ ਆਪਣੇ ਵੱਡੇ ਵਡੇਰੇ ਜਿਹਨੂੰ ਪੂਜਦੇ ਰਹੇ ਹੈਗੇ ਆ, ਪੇਰੈਂਟਸ ਕਹਿ ਲਓ, ਤੇ ਉਹਨੂੰ ਆਪਾਂ ਗਾਂਹ ਵਾਲੇ ਪੂਜੀ ਜਾ ਰਹੇ ਹੈਗੇ। ਜਾਂ ਕਿਸੇ ਮੁਸਲਮਾਨ ਦੀ ਜਗ੍ਹਾ ਨੂੰ ਪੂਜਦੇ ਸੀ ਤਾਂ ਉਹ ਵੀ ਉਹੀ ਪੂਜੀ ਜਾਂਦੇ ਹੈਗੇ। ਪਿੰਡਾਂ ਦੇ ਵਿੱਚ ਮਟੀਆਂ ਬਣੀਆਂ ਹਨ, ਕਬਰਾਂ ਬਣੀਆਂ, ਉੱਥੇ ਹੀ ਪੂਜਾ ਕਰੀ, ਉੱਥੇ ਦੀਵੇ ਜਗਾਈ ਜਾਂਦੇ ਹੈਗੇ। ਇਹਦਾ ਕਾਰਨ ਹੈ ਕਿ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਬ੍ਰਹਮ ਆਤਮ ਦਾ ਜਿਹੜਾ ਭੋਜਨ ਉਹ ਗਿਆਨ ਹੁੰਦਾ ਹੈ। ਜਦੋਂ ਆਪਾਂ ਗੁਰਬਾਣੀ ਤੋਂ ਪੁੱਛਦੇ ਹਾਂ ਤਾਂ ਗੁਰਬਾਣੀ ਦੱਸਦੀ ਹੈ ਕਿ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਕਿ ਜਿਹੜਾ ਆਪਣਾ ਮੂਲ ਬ੍ਰਹਮ ਹੈਗਾ ਉਹਦਾ ਭੋਜਨ ਬ੍ਰਹਮ ਦਾ ਗਿਆਨ ਹੈ, ਉਹਨੂੰ ਆਪਣਾ ਗਿਆਨ ਨਹੀਂ ਹੈਗਾ। ਇਸੇ ਕਰਕੇ ਉਹਨੇ ਸਰੀਰ ਲਿਆ ਹੈਗਾ।
ब्रह्म दिसे ब्रह्म सुनिए, एको एक बखाणिए, आत्म सारा करण हरा, एक बिना नहीं जानिए। ਹੁਕਮ ਅਨੁਸਾਰ ਇਸ ਚੀਜ਼ ਦੀ ਸਮਝ ਆਉਂਦੀ ਹੈ, ਫਿਰ ਪਤਾ ਲੱਗਦਾ ਕਿ ਹਰੇਕ ਦੇ ਅੰਦਰ ਬ੍ਰਹਮ ਹੈਗਾ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸੱਚ ਦੇ ਗਿਆਨ ਤੋਂ ਇਹ ਸੋਝੀ ਮਿਲਦੀ ਹੈਗੀ ਆ ਕਿ ਹਰੇਕ ਦੇ ਵਿੱਚ ਬ੍ਰਹਮ ਹੈ, ਜਾਂ ਕਹ ਲਓ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਗੋਬਿੰਦ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈਗਾ। ਤੇ ਇਸੇ ਤਰ੍ਹਾਂ ਹੁੰਦਾ ਕਿ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕਿ ਰਾਮ ਤੋਂ ਬਗੈਰ ਹੋਰ ਕੋਈ ਨਹੀਂ ਬੋਲਦਾ। ਪਰ ਇਹ ਸਮਝ ਜਦੋਂ ਆਉਂਦੀ ਹੈਗੀ ਆ ਫਿਰ ਪਤਾ ਲੱਗਦਾ ਹੈ। ਪਰ ਉਸ ਤੋਂ ਪਹਿਲਾਂ ਤਾਂ ਆਪਾਂ ਦੇ ਅੰਦਰ ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਗਿਆਨਤਾ, ਦੁਰਮਤ ਇਹ ਸਾਰਾ ਕੁਛ ਹੋਣ ਕਰਕੇ ਆਪਾਂ ਨੂੰ ਆਪਣੇ ਤੇ ਸੱਚ ਦੇ ਵਿਚਕਾਰ ਕੰਧ ਹੈਗੀ ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਰ, ਕਿ ਸਚਿਆਰਾ ਕਿਸ ਤਰ੍ਹਾਂ ਹੋਇਆ ਜਾ ਸਕਦਾ ਹੈ, ਕਿ ਕੂੜ ਦੀ ਕੰਧ ਕਿਵੇਂ ਟੱਟ ਸਕਦੀ ਹੈ। ਤੇ ਇਹਨੂੰ ਢਾਉਣ ਦਾ ਤਰੀਕਾ ਹੈਗਾ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ। ਜੇ ਆਪਾਂ ਗੁਰ ਕੀ ਸੇਵਾ ਕਰਾਂਗੇ, ਆਪਣੇ ਮੂਲ ਜਿਹੜਾ ਹੈਗਾ ਉਹਨੂੰ ਗੁਰ ਕਿਹਾ ਗਿਆ ਹੈ, ਉਹਦੀ ਸੇਵਾ ਕਰਾਂਗੇ, ਉਹਦੇ ਨਾਲ ਸ਼ਬਦੀ ਵਿਚਾਰ ਕਰਾਂਗੇ, ਤਾਂ ਉਹਦੇ ਨਾਲ ਜਿਹੜੀ ਹਉਮੈ ਮਰ ਜਾਂਦੀ ਹੈ। ਇਹੋ ਹੀ ਕਰਨੀ ਸਾਰ ਹੈ, ਇਹੋ ਹੀ ਸੇਵਾ ਕਰਨੀ ਚਾਹੀਦੀ ਹੈ। ਦੂਸਰੀਆਂ ਜਿਹੜੀਆਂ ਸੇਵਾਵਾਂ ਹਨ ਉਹ ਸਰੀਰਕ ਲੈਵਲ ਦੀਆਂ ਹਨ, ਪਰ ਜਿਹੜਾ ਆਪਣਾ ਅੰਦਰ ਵਾਲਾ ਜਿਹਦਾ ਭੋਜਨ ਗਿਆਨ ਹੈਗਾ ਉਹਦੀ ਸੇਵਾ ਕਰਨੀ ਹੈ ਤਾਂ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਨੀ ਹੈਗੀ। ਕਿਉਂਕਿ ਹਉਮੈ ਬੁੱਝੇ ਤਾਂ ਦਰ ਸੁਝੇ, ਗਿਆਨ ਵੀ ਹੋਣਾ ਕਥ ਕਥ ਰੁਝੇ। ਕਿਉਂਕਿ ਜਿੰਨਾ ਚਿਰ ਗਿਆਨ ਨਹੀਂ ਹੈਗਾ, ਹਉਮੈ ਨੂੰ ਆਪਾਂ ਬੁੱਝਦੇ ਨਹੀਂ ਹੈਗੇ, ਤੇ ਉਹਨਾਂ ਚਿਰ ਆਪਾਂ ਨੂੰ ਦਰ ਦੀ ਸਮਝ ਨਹੀਂ ਲੱਗਦੀ। ਜੇ ਆਪਾਂ ਨੂੰ ਦਰ ਦੀ ਸਮਝ ਲੱਗ ਜਾਵੇ ਤਾਂ ਫਿਰ ਘਰ ਵਿੱਚ ਤਾਂ ਦਰ ਤੋਂ ਹੀ ਜਾਇਆ ਜਾਂਦਾ ਹੈਗਾ। ਇਸ ਕਰਕੇ ਉਹ ਦਰ ਤਾਂ ਹੀ ਖੁੱਲ੍ਹਣਾ ਹੈ ਜਿਹਨੂੰ ਦਸਮ ਦੁਆਰ ਕਹਿੰਦੇ ਹਨ, ਉਹ ਤਾਂ ਹੀ ਖੁੱਲ੍ਹਣਾ ਹੈਗਾ ਜੇ ਸ਼ਬਦ ਦੀ ਵਿਚਾਰ ਕਰਾਂਗੇ। ਤੇ ਜੇ ਆਪਣੇ ਕੋਲ ਕੁੰਜੀ ਹੋਊਗੀ, ਕਹਿੰਦੇ 10ਵੇਂ ਦੁਆਰ ਕੁੰਜੀ ਜਬ ਦੀਜੇ ਤੋ ਦਿਆਲ ਕਾ ਦਰਸ਼ਨ ਕੀਜੇ, ਕਿ 10ਵੇਂ ਦੁਆਰ ਦੇ ਵਿੱਚ ਜਦੋਂ ਕੁੰਜੀ ਦੇਵਾਂਗੇ ਤਾਂ ਫਿਰ ਦਿਆਲ ਦਾ ਦਰਸ਼ਨ ਹੁੰਦਾ। ਦਰਸ਼ਨ ਦਾ ਮਤਲਬ ਹੁੰਦਾ ਉਹਦੀ ਸਮਝ ਆਉਂਦੀ ਹੈ। ਹੁਣ ਕੁੰਜੀ ਕੀ ਹੈ? ਜਿਹੜੀ ਆਪਣੀ ਬੁੱਧੀ ਆ, ਅਕਲ ਹੈਗੀ ਆ, ਉਹ ਕੁੰਜੀ ਹੈਗੀ ਆ, ਪਰ ਉਹਦਾ ਗਿਆਨ ਘੱਟ ਹੋਣ ਕਰਕੇ ਉਹ ਤੋਂ ਜਿੰਦਾ ਨਹੀਂ ਖੁੱਲਦਾ। ਜੇ ਇਸ ਦੁਆਰ ਦਾ ਜਿੰਦਾ ਨਾ ਖੁੱਲੇ ਤਾਂ ਉਹਦੇ ਆਪਾਂ ਅੰਦਰ ਨਹੀਂ ਜਾ ਸਕਦੇ। ਇਸ ਕਰਕੇ ਅੰਦਰ ਜਾਣ ਦੇ ਲਈ ਆਪਾਂ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣਾ ਪਵੇਗਾ। ਗੁਰਬਾਣੀ ਜਿਵੇਂ ਗੁਰਬਾਣੀ ਨੂੰ ਨਹੀਂ, ਗੁਰਬਾਣੀ ਤੋਂ ਸਮਝਣਾ ਹੈਗਾ, ਕਿਉਂਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਿਉਂਕਿ ਜੇ ਬਾਣੀ ਨੂੰ ਆਪਾਂ ਗੁਰੂ ਮੰਨਦੇ ਹਾਂ ਤਾਂ ਫਿਰ ਆਪਾਂ ਨੂੰ ਗੁਰੂ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ। ਤੇ ਜਿਹੜਾ ਸਿੱਖਿਆ ਲੈਂਦਾ ਹੈ ਉਹਨੂੰ ਆਪਣੇ ਮਨ ਤੇ ਲਾਗੂ ਕਰਦਾ ਹੈ, ਉਹਦੇ ਅਨੁਸਾਰ ਚੱਲਦਾ ਹੈ, ਉਹਦੇ ਅੰਦਰ ਜਿਹੜਾ ਸੱਚ ਦਾ ਗਿਆਨ ਉਹ ਪ੍ਰਤੱਖ ਹੋ ਜਾਂਦਾ ਹੈਗਾ। ਤੇ ਉਹਨੂੰ ਸਮਝ ਆਉਂਦੀ ਹੈ, ਕਹਿੰਦੇ ਜੀਵਨ ਮੁਕਤ ਸੋ ਆਖੀਏ, ਮਰ ਜੀਵੇ ਮਰੀਆ। ਹੁਣ ਜਿਉਂਦੇ ਜੀ ਜਿਹੜਾ ਆਪਣੀਆਂ ਇੱਛਾਵਾਂ ਨੂੰ ਤਿਆਗ ਦਿੰਦਾ ਹੈ, ਉਹਨੂੰ ਇਹਦੀ ਸਮਝ ਪੈਂਦੀ ਹੈਗੀ ਆ। ਕਿਉਂਕਿ ਆਤਮਾ ਨੂੰ ਜਾਣਨ ਦੇ ਲਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋਣਾ ਪੈਂਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਜੀਵਤ ਮਰਨਾ ਕਿਹਾ ਗਿਆ ਹੈਗਾ। ਪਰ ਇਹ ਗੁਰੂ ਦੀ ਕਿਰਪਾ ਤੋਂ ਬਗੈਰ ਹੋ ਨਹੀਂ ਸਕਦਾ, ਕਿਉਂਕਿ ਜਿੰਨਾ ਚਿਰ ਆਪਾਂ ਗੁਰੂ ਨੂੰ ਨਹੀਂ ਜਾਣਦੇ, ਆਪਣੇ ਮੂਲ ਨੂੰ ਨਹੀਂ ਜਾਣਦੇ, ਕਿਉਂਕਿ ਜਿਹੜਾ ਮੁਕਤ ਕਰਾਉਣ ਵਾਲਾ ਹੈਗਾ ਉਹ ਆਪਣਾ ਮੂਲ ਹੈਗਾ। ਨਾਰਾਇਣ ਨਰਪਤੀ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ ਰਹਾਓ। ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਗੁਰ, ਜਿਹੜਾ ਗਿਆਨ ਆਪਾਂ ਨੂੰ ਤਾਰ ਸਕਦਾ ਹੈ, ਉਹ ਆਪ ਮੁਕਤ ਹੈ ਤੇ ਸਾਨੂੰ ਆਪਾਂ ਨੂੰ ਤਾਰ ਸਕਦਾ ਹੈ। ਉਹ ਤੋਂ ਬਲ ਜਾਣਾ ਚਾਹੀਦਾ ਹੈ, ਉਹਦੇ ਤੋਂ ਆਪਣੇ ਮਨ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ, ਉਹਦੇ ਦੱਸੇ ਹੋਏ ਉਪਦੇਸ਼ ਦੇ ਪਿੱਛੇ ਆਪਣੇ ਮਨ ਨੂੰ ਚਲਾਉਣਾ ਚਾਹੀਦਾ ਹੈਗਾ। ਹੁਣ ਜਿਹੜਾ ਹੁਕਮ ਹੈ, ਸ਼ਬਦ ਗੁਰੂ ਹੈ, ਉਹਨੂੰ ਨਾਰਾਇਣ ਕਿਹਾ ਗਿਆ ਹੈਗਾ ਤੇ ਉਹਨੂੰ ਨਮਸਕਾਰ ਕਰਨੀ ਚਾਹੀਦੀ, ਉਹਦੇ ਭਾਣੇ ਵਿੱਚ ਚੱਲਣਾ ਚਾਹੀਦਾ ਹੈਗਾ। ਹੁਣ ਉਹ ਮੁਕਤ ਕਰਨ ਵਾਲਾ ਹੈਗਾ ਤੇ ਤਾਰਨ ਵਾਲਾ ਹੈਗਾ। ਤੇ ਹੁਣ ਜਿਹੜਾ ਆਪਣਾ ਮੂਲ ਹੈਗਾ ਉਹਦੇ ਵਿੱਚ 4 ਗੁਣ ਰਹਿੰਦੇ ਹੀ ਰਹਿੰਦੇ ਹਨ, ਇਸ ਕਰਕੇ ਉਹ ਪਹਿਲਾਂ ਮੁਕਤ ਹੈਗਾ। ਤੇ ਜੇ ਆਪਾਂ ਉਹਦੇ ਨਾਲ ਜੁੜ ਜਾਵਾਂਗੇ, ਅੱਗੇ ਉਹ ਸ਼ਬਦ ਗੁਰੂ ਨਾਲ ਜੁੜਿਆ, ਅੱਗੇ ਉਹ ਹੁਕਮ ਨਾਲ ਜੁੜਿਆ ਹੈਗਾ, ਤੇ ਆਪਾਂ ਤਰ ਸਕਦੇ ਹੈਗੇ।
ਪਰ ਆਪਾਂ ਧਰਦੇ ਕਿਉਂ ਨਹੀਂ ਹੈਗੇ। ਕਵਨ 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 ਗੁਣ ਕਹੀਏ, ਅੰਤ ਨਹੀਂ ਕਛ ਪਾਰੇ। ਲਾਖ 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 ਕਈ ਕੋਰੇ, ਕੋ ਹੈ ਐਸੋ ਵਿਚਾਰੇ। ਕਹਿੰਦੇ ਉਹਦਾ ਕਿਹੜਾ ਕਿਹੜਾ ਗੁਣ ਕਹਿ ਕੇ ਦੱਸੀਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਪਾਰਲਾ ਬੰਦਾ ਨਹੀਂ ਪਾਇਆ ਜਾ ਸਕਦਾ। ਕਰੋੜਾਂ ਦੇ ਵਿੱਚ ਕੋਈ ਇਹੋ ਜਿਹਾ ਵਿਰਲਾ ਹੁੰਦਾ ਹੈ ਜਿਹੜਾ ਪਹਿਲਾਂ ਆਪਣੇ ਮਨ ਨੂੰ ਸਮਝੇ, ਫਿਰ ਚਿੱਤ ਨੂੰ ਸਮਝੇ, ਫਿਰ ਅੱਗੇ ਭਰਮ ਨੂੰ ਸਮਝੇ ਤੇ ਇਹਦੀ ਵਿਚਾਰ ਕਰੇ, ਇਹਨੂੰ ਬੁੱਝੇ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੇ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਕ ਗੂੰਗਾ ਮੁਸਕਾਰੇ। ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਇਸ ਤਰ੍ਹਾਂ ਫਿਰ ਵਿਚਾਰ ਕਰਦਾ ਹੈ, ਜਦੋਂ ਉਹਨੂੰ ਸਮਝ ਪੈਂਦੀ ਹੈ ਕਿ ਨਾ ਮਨ ਤੋਏ ਨਾ ਤਨ ਤੋਏ, ਮਾਇਆ ਮੋਹ ਵਿਆਪਿਆ ਤੋ। ਹੁਣ ਪਹਿਲਾਂ ਪਤਾ ਲੱਗਦਾ ਤੂੰ ਮਨ ਵੀ ਨਹੀਂ ਹੈਗਾ, ਫਿਰ ਪਤਾ ਲੱਗਦਾ ਵੀ ਤੂੰ ਹਿਰਦਾ ਵੀ ਨਹੀਂ ਹੈਗਾ, ਤੇ ਫਿਰ ਹੈ ਕੀ। ਇਸ ਤਰ੍ਹਾਂ ਜਿਵੇਂ ਜਿਵੇਂ ਉਹਨੂੰ ਸਮਝ ਪੈਂਦੀ ਹੈਗੀ ਆ, ਉਹ ਬਿਸਮਾਦ ਹੋਈ ਜਾਂਦਾ ਹੈਗਾ। ਬਿਸਮ 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 ਹੀ ਪਈ, ਇਸ ਤਰ੍ਹਾਂ ਉਹ ਬਿਸਮਾਦ ਹੋਈ ਜਾਂਦਾ ਹੈ। ਲਾਲ ਗੁਲਾਲ ਰੰਗਾਰੇ, ਕਿਉਂਕਿ ਉਹ ਜਿਹੜਾ ਆਪਣਾ ਮੂਲ ਹੈਗਾ ਉਹਦੇ ਰੰਗ ਵਿੱਚ ਜਦੋਂ ਰੰਗਿਆ ਜਾਂਦਾ ਹੈਗਾ ਤੇ ਉਹ ਬਿਸਮ ਹੁੰਦਾ ਹੈਗਾ, ਤੇ ਉਹਨੂੰ ਅਚਰਜ ਹੁੰਦਾ ਹੈਗਾ, ਬਿਸਮਾਦ ਹੁੰਦੀ ਹੈਗੀ, ਤੇ ਫਿਰ ਉਹ ਹੈਰਾਨ ਹੁੰਦਾ ਹੈ। ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਕ ਗੂੰਗਾ ਮੁਸਕਾਰੇ। ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਇਹ ਜਿਹੜਾ ਰਸ ਹੈਗਾ, ਜਿਹੜੇ ਹਰ ਕੇ ਸੰਤ ਹੁੰਦੇ ਉਹਨਾਂ ਨੂੰ ਆਉਂਦਾ ਹੈਗਾ, ਤੇ ਜਿਹਨਾਂ ਨੂੰ ਆ ਜਾਂਦਾ ਹੈ ਉਹ ਚੱਕ ਕੇ ਫਿਰ ਉਹ, ਕਿਉਂਕਿ ਦੱਸਿਆ ਜਾਣ ਵਾਲਾ ਨਹੀਂ, ਦੱਸਿਆ ਨਹੀਂ ਜਾ ਸਕਦਾ ਹੈ। ਬੋਲ ਅਬੋਲ ਮੱਧ ਹੈ ਸੋਏ। ਹੁਣ ਇਹ ਜਿਹੜੀ ਚੀਜ਼ ਬੋਲਣ ਵਿੱਚ ਆਉਂਦੀ ਹੈਗੀ ਹੈ, ਉਹ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ, ਪਰ ਜੈਸਾ ਤੂੰ ਤੈਸਾ ਤੂੰ ਹੀ ਹੈ ਰੇ, ਕਿਆ ਉਪਮਾ ਦੀ ਦੇ। ਜੋ ਜਾ ਉਹ ਹੈ, ਹੋਰ ਕੋਈ ਉਹਦੇ ਵਰਗਾ ਹੈ ਹੀ ਨਹੀਂ, ਫਿਰ ਵੀ ਉਹਦੀ ਉਪਮਾ ਕਿਸੇ ਨਾਲ ਦਿੱਤੀ ਨਹੀਂ ਜਾ ਸਕਦੀ। ਇਸ ਕਰਕੇ ਫਿਰ ਜਿਹਨੂੰ ਰਸ ਆਉਂਦਾ ਹੈਗਾ, ਉਹ ਬਸ ਜਿਵੇਂ ਗੂੰਗਾ ਗੁੜ ਖਾ ਕੇ ਮੁਸਕਾ ਕੇ ਦੱਸਦਾ ਕਿ ਬਹੁਤ ਵਧੀਆ, ਮਤਲਬ ਉਹਦੀ ਮੁਸਕਾਨ ਤੋਂ ਹੀ ਪਤਾ ਲੱਗਦਾ ਕਿ ਉਹਨੂੰ ਰਸ ਆ ਗਿਆ ਹੈ, ਪਰ ਉਹ ਬੋਲ ਕੇ ਉਹ ਦੱਸ ਨਹੀਂ ਸਕਦਾ। ਇਸ ਭਗਤ ਕਬੀਰ ਜੀ ਦਾ ਵਚਨ ਹੈ, ਕੱਕਾ ਕਿਰਨ ਕਮਲ ਮੈਂ ਪਾਵਾ, ਸੱਸੀ ਬਗਾਸ ਸੰਪਟ ਨਹੀਂ ਆਵਾ, ਔਰ ਜੇ ਤਹਾਂ ਕੁਸਮ ਰਸ ਆਵਾ, ਅਕੈ ਕਹਾ ਕਹਿ ਕਾ ਸਮਝਾਵਾ। ਭਗਤ ਕਬੀਰ ਜੀ ਕਹਿ ਰਹੇ ਹਨ, ਉਪਦੇਸ਼ ਕਰ ਰਹੇ ਹਨ ਕਿ ਜਿਹੜੀ ਸੱਚ ਦੀ ਬੂੰਦ ਹੈ ਜਦੋਂ ਹਿਰਦੇ ਵਿੱਚ ਪੈ ਜਾਂਦੀ ਹੈਗੀ ਆ, ਫਿਰ ਉਹਦੇ ਵਿੱਚ ਭਰਮ ਨਹੀਂ ਪੈਦਾ ਹੁੰਦਾ, ਫਿਰ ਉਹਦੇ ਵਿੱਚ ਜਿਹੜਾ ਇਹ ਰਸ ਪੈਦਾ ਹੋ ਜਾਂਦਾ ਹੈਗਾ, ਉਹ ਅਕਹਿ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ। ਤੇ ਫਿਰ ਉਹ ਕੀ ਕਹਿੰਦੇ, ਕਹਿ ਕੇ ਸਮਝਾਈਏ। ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੇ, ਕਹਾਂ ਮੈਂ ਬਖਾਨੋ ਕਹਿਬੇ ਮੋਹ ਨਾ ਆਵੇ। ਦਸਮ ਪਿਤਾ ਵੀ ਕਹਿ ਰਹੇ ਹਨ ਕਿ ਉਹਦਾ ਜਿਹੜਾ ਨਾਮ ਹੈਗਾ ਉਹਦਾ ਕਿਸ ਤਰ੍ਹਾਂ ਬਖਾਨ ਕਰੀਏ। ਜੇ ਬਖਾਨ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਤਾਂ ਉਹ ਬਖਾਨ ਵਿੱਚ ਨਹੀਂ ਆਉਂਦਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲੀ ਨਾ ਚੜੇ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਇਹ ਸਹਿਜ ਕਥਾ ਹੈਗੀ ਆ, ਅਕਥ ਕਥਾ ਹੈ, ਹਰ ਕੀ ਕਥਾ ਹੈਗੀ ਆ, ਆਪਣੇ ਮੂਲ ਦੀ ਕਥਾ ਹੈਗੀ ਹੈ, ਇਹਨੂੰ ਤੋਲਿਆ ਨਹੀਂ ਜਾ ਸਕਦਾ, ਤੇ ਜੇ ਇਹਨੂੰ ਏਦਾਂ ਬਖਾਨ ਕਰਨ ਲੱਗੇ ਤਾਂ ਮੁੱਕਦੀ ਨਹੀਂ ਹੈਗੀ ਆ। ਤੇ ਇਹ ਗੱਲ ਵੀ ਜਿਹੜੀ ਬੜੀ ਹਲਕੀ ਨਹੀਂ ਹੈ, ਭਾਰੀ ਹੈਗੀ। ਮਨ ਤੇ ਇਹਦਾ ਅਸਰ ਹੁੰਦਾ ਹੈ, ਸੱਚ ਦਾ ਜਿਹੜਾ ਮਨ ਤੇ ਅਸਰ ਹੁੰਦਾ ਹੈਗਾ, ਤੇ ਇਸ ਕਰਕੇ ਭਾਰੀ ਹੈਗੀ ਆ। ਤੇ ਇਹਦੇ ਨਾਲ ਜਿਹੜਾ ਹੈਗਾ ਮਨ, ਜਿਹੜਾ ਆਤਮ ਦਾ ਜਿਹੜਾ ਆਪਣਾ ਮੂਲ ਹੈਗਾ, ਉਹਦਾ ਗਿਆਨ ਹੁੰਦਾ ਹੈਗਾ। ਹੁਣ ਇੱਕ ਜੀਵ ਜਿਹੜੀ ਹੈ ਇਹ ਉਹਦਾ ਵਖਾਣ ਨਹੀਂ ਕਰ ਸਕਦੇ, ਮਨੁੱਖੀ ਬੁੱਧੀ ਜਿਹੜਾ ਉਹਦਾ ਵਖਾਣ ਨਹੀਂ ਕਰ ਸਕਦੀ ਹੈ। ਜਿਹਨੂੰ ਆਤਮ ਰਸ ਹੁੰਦਾ ਹੈ ਉਹਨੂੰ ਹੀ ਪਤਾ ਹੁੰਦਾ। ਆਤਮ ਰਸ ਜੋ ਜਾਨ ਹੀ, ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਹੀਂ ਭੇਵ। ਜਿਹਨੂੰ ਆਤਮ ਰਸ ਆ ਜਾਂਦਾ ਹੈਗਾ ਉਹ ਆਪਣੇ ਮੂਲ ਵਰਗਾ ਹੀ ਹੋ ਜਾਂਦਾ ਹੈਗਾ, ਤੇ ਇਹਦੇ ਵਿੱਚ ਰੰਚਕ ਵੀ ਭੇਦ ਨਹੀਂ ਹੈ। ਕਹਿੰਦੇ ਬ੍ਰਹਮ ਹੈ ਜਨ, ਜਨ ਮੈਂ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਭਰਮ। ਹੁਣ ਜਿਹੜਾ ਜਨ ਹੈਗਾ, ਹੁਣ ਜਿਹੜਾ ਆਪਣੇ ਮੂਲ ਨੂੰ ਜਾਣ ਲੈਂਦਾ ਹੈਗਾ, ਉਹ ਬ੍ਰਹਮ ਹੈ ਜਨ ਹੋ ਗਿਆ। ਜਨ ਦਾ ਮਤਲਬ ਹੁੰਦਾ ਜਨ ਕੋ ਸੋਏ ਜਿਨ ਜਾਣਿਆ। ਹੁਣ ਜਿਹੜਾ ਆਪਣੇ ਮੂਲ ਨੂੰ ਜਾਣ ਲੈਂਦਾ ਹੈਗਾ ਉਹ ਜਨ ਬਣ ਜਾਂਦਾ, ਬ੍ਰਹਮ ਜਨ ਬਣਦਾ। ਫਿਰ ਉਹ ਜਨ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ, ਜਿਹੜਾ ਆਪਣਾ ਮੂਲ, ਫਿਰ ਬ੍ਰਹਮ ਜਿਹੜਾ ਬ੍ਰਹਮ ਜਨ ਜਿਹੜਾ ਦੋਨੇ ਇੱਕ ਹੋਏ ਹੈਗੇ, ਉਹ ਅੱਗੇ ਸ਼ਬਦ ਗੁਰੂ ਵਿੱਚ ਜੁੜ ਜਾਂਦੇ ਹਨ। ਸ਼ਬਦ ਗੁਰੂ ਦੇ ਵਿੱਚ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿਹੜਾ ਧਿਆਨ ਹੈਗਾ ਫਿਰ ਉਹ ਸ਼ਬਦ ਗੁਰੂ ਵਿੱਚ ਜਦੋਂ ਮਿਲ ਜਾਂਦਾ ਆਪਣੇ ਮੂਲ ਦਾ, ਤਾਂ ਫਿਰ ਉਹ ਪਾਰ ਬ੍ਰਹਮ ਬਣ ਜਾਂਦਾ ਹੈਗਾ।
ਪਾਰ ਬ੍ਰਹਮ ਨਾਲ ਜੁੜ ਜਾਂਦਾ। ਹੁਣ ਪਾਰ ਬ੍ਰਹਮ ਜਿਹੜਾ ਹੈਗਾ, ਪਰਮੇਸ਼ਰ ਜਿਹੜਾ ਹੈਗਾ, ਉਹ ਸਾਰੀਆਂ ਜਿਹੜੀਆਂ ਜਿੰਨਿਆਂ ਨੂੰ ਵੀ ਸੱਚ ਦਾ ਗਿਆਨ ਹੈ, ਏਕ ਅਨੇਕੇ ਮਿਲ ਗਿਆ, ਏਕ ਸਮਾਨਾ ਏਕ। ਹੁਣ ਜਿਹੜਾ ਇੱਕ ਹੋ ਜਾਂਦਾ ਹੈਗਾ, ਉਹ ਅਨੇਕ ਜਿਹੜੇ ਹੈਗੇ, ਅਨੇਕ ਹੈ ਫਿਰ ਏਕ। ਉਹ ਸਾਰਿਆਂ ਦੀ ਜਿਹੜੀ ਸਾਂਝੀ ਸ਼ਕਤੀ ਹੈਗੀ ਆ, ਸਾਂਝੀ ਇੱਛਾ ਸ਼ਕਤੀ ਹੈ, ਜਿਹਨੂੰ ਹੁਕਮ ਕਿਹਾ ਗਿਆ ਹੈਗਾ, ਉਹਦੇ ਨਾਲ ਮਿਲ ਜਾਂਦਾ ਹੈਗਾ। ਉਹਨੂੰ ਪਾਰ ਬ੍ਰਹਮ, ਪਰਮੇਸ਼ਰ, ਸ਼ਬਦ ਗੁਰੂ ਕਹਿੰਦੇ ਹੈਗੇ। ਇਸ ਕਰਕੇ ਜਿਹੜਾ ਉਹਦੇ ਵਿੱਚ ਮਿਲ ਜਾਂਦਾ ਹੈਗਾ, ਤਾਂ ਫਿਰ ਉਹ ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ, ਨਾ ਮੋਹਿ ਘਰ ਨਹੀਂ ਗਾਉ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ। ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਹੁਣ ਮੇਰੀ ਨਾ ਕੋਈ ਸ਼ਾਨ ਹੈਗੀ ਤਾਂ ਨਾ ਕੋਈ ਛਾਪਰੀ ਹੈਗੀ, ਨਾ ਮੇਰਾ ਕੋਈ ਘਰ ਹੈਗਾ ਤਾਂ ਨਾ ਮੇਰਾ ਕੋਈ ਗਾਉਂ ਹੈਗਾ। ਕਹਿੰਦੇ ਮਤ ਹਰ ਪੁੱਛੇ ਕੌਣ ਹੈ। ਕਹਿੰਦੇ ਹੁਣ ਸਾਨੂੰ ਹਰ ਪੁੱਛੇ ਜਾਂ ਨਾ ਪੁੱਛੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਨਾ ਹੁਣ ਸਾਡੀ ਜਾਤ ਹੈ ਤੇ ਨਾ ਸਾਡਾ ਕੋਈ ਨਾਮ ਹੈਗਾ। ਹੁਣ ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਸਰੀਰ ਮੰਨਦੇ ਆ ਤੇ ਆਪਣਾ ਨਾਮ ਵੀ ਹੈਗਾ, ਹਰੇਕ ਵਿਅਕਤੀ ਨੇ ਕੋਈ ਨਾ ਕੋਈ ਉਹਦਾ ਨਾਮ ਹੈਗਾ, ਫਿਰ ਉਹਦਾ ਘਰ ਵੀ ਹੈ ਤੇ ਉਹਦਾ ਪਿੰਡ ਵੀ ਹੈਗਾ। ਹੁਣ ਇਸ ਕਰਕੇ ਜਦੋਂ ਭਗਤ ਕਬੀਰ ਜੀ ਇਸ ਸ਼ਬਦ ਨੂੰ ਲਿਖ ਰਹੇ ਹਨ, ਹੁਣ ਉਸ ਟਾਈਮ ਜਦੋਂ ਕਿਸੇ ਵਿਅਕਤੀ ਨੂੰ ਆਪਣੇ ਆਪੇ ਦਾ ਗਿਆਨ ਹੁੰਦਾ ਹੈ, ਆਪਣੇ ਆਤਮ ਦਾ ਗਿਆਨ ਹੁੰਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਜਿਹੜਾ ਸਰੀਰ ਹੈਗਾ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਰਿਲੇਟਡ ਹਨ। ਉਹਦੀ ਸ਼ਾਨ ਵੀ ਹੈਗੀ, ਉਹਦੀ ਕੋਲ ਛੰਨ ਵੀ ਹੈਗੀ। ਛੰਨ ਜਿਵੇਂ ਕਈ ਵਾਰ ਘਰ ਪਹਿਲਾਂ ਨਹੀਂ ਹੁੰਦੇ ਸੀ, ਕਿਸੇ ਨੇ ਛੰਨ ਪਾਈ ਹੁੰਦੀ ਸੀ ਆਪਣੇ ਖਾਨਿਆਂ ਦੀ, ਤੇ ਇੱਦਾਂ ਹੀ ਛਪਰੀ ਹੈਗੀ ਆ। ਤੇ ਆਪਾਂ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੇ ਘਰ ਕੋਠੀਆਂ ਬਣਾਈਆਂ ਹੋਈਆਂ ਹਨ, ਪਰ ਉਸ ਸਮੇਂ ਦੀ ਗੱਲ ਹੈਗੀ, ਤੇ ਹੁਣ ਵੀ ਇਹ ਪ੍ਰੈਜ਼ੈਂਟ ਵਿੱਚ ਵੀ ਸਹੀ ਹੈਗੀ ਹੈ। ਤੇ ਜਿਹੜੇ ਬੰਦੇ ਨੂੰ ਗਿਆਨ ਹੁੰਦਾ, ਆਤਮ ਗਿਆਨ ਹੁੰਦਾ ਹੈ, ਆਪਣੇ ਆਪੇ ਦੀ ਸੋਝੀ ਆਉਂਦੀ ਹੈ, ਉਹਦਾ ਫਿਰ ਨਾ ਕੋਈ ਹੁੰਦੀ ਛੰਨ ਤੇ ਨਾ ਹੁੰਦੀ ਕੋਈ ਛਾਪਰੀ, ਨਾ ਉਹਦਾ ਘਰ ਹੁੰਦਾ ਤੇ ਨਾ ਉਹਦਾ ਕੋਈ ਗਾਉਂ ਹੁੰਦਾ। ਉਹਨੂੰ ਪਤਾ ਹੁੰਦਾ ਕਿ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਵੀ ਮੇਰਾ ਨਹੀਂ ਕੁਛ ਵੀ ਹੈਗਾ, ਜੋ ਕੁਛ ਹੈਗਾ ਪਰਮੇਸ਼ਰ ਦਾ ਹੈਗਾ। ਹੁਣ ਜੋ ਕੁਛ ਵੀ ਸ੍ਰਿਸ਼ਟੀ ਵਿੱਚ ਹੈਗਾ, ਚੰਦ, ਸੂਰਜ, ਧਰਤੀ, ਸਾਰਾ ਕੁਛ ਆਪਣਾ ਤਾਂ ਬਣਾਇਆ ਨਹੀਂ ਹੈਗਾ, ਇਹ ਪਰਮੇਸ਼ਰ ਦਾ ਬਣਾਇਆ ਹੋਇਆ ਹੈਗਾ। ਤੇ ਜਦੋਂ ਉਹਨੂੰ ਇਸ ਚੀਜ਼ ਦੀ ਸਮਝ ਪੈਂਦੀ ਹੈ, ਫਿਰ ਉਸ ਸਮੇਂ ਉਹਨੂੰ ਪਤਾ ਹੈਗਾ ਕਿ ਨਾ ਉਹਦੀ ਕੋਈ ਛਾਂ, ਨਾ ਉਹਦੀ ਕੋਈ ਛਾਪਰੀ ਹੈਗੀ। ਪਰ ਜਿੰਨਾ ਚਿਰ ਆਪਾਂ ਇਹ ਚੀਜ਼ਾਂ ਨੂੰ ਸੱਚ ਮੰਨਦੇ ਹਾਂ, ਉਹਨਾਂ ਚਿਰ ਆਪਾਂ ਨੂੰ ਆਤਮ ਗਿਆਨ ਨਹੀਂ ਹੈ, ਆਪਣੇ ਆਪੇ ਦੀ ਸੋਝੀ ਨਹੀਂ ਹੈਗੀ। ਇਸੇ ਕਰਕੇ ਆਪਾਂ ਦੂਸਰਿਆਂ ਦੇ ਨਾਲ ਲੜਦੇ ਫਿਰਦੇ ਹਾਂ। ਪਰ ਜਦੋਂ ਕਿਸੇ ਨੂੰ ਇਸ ਚੀਜ਼ ਦੀ ਸਮਝ ਪੈ ਜਾਂਦੀ ਹੈ, ਫਿਰ ਉਹਨੂੰ ਫਰਕ ਨਹੀਂ ਪੈਂਦਾ ਕਿ ਕੋਈ ਉਹਦਾ ਮਾਣ ਕਰੇ, ਕੋਈ ਉਹਦਾ ਅਪਮਾਨ ਕਰੇ, ਚਾਹੇ ਉਹਨੂੰ ਲਾਭ ਹੋਵੇ, ਚਾਹੇ ਉਹਨੂੰ ਹਾਨੀ ਹੋਵੇ, ਚਾਹੇ ਉਹਨੂੰ ਦੁੱਖ ਹੋਵੇ, ਚਾਹੇ ਹੋਵੇ ਉਹਨੂੰ ਸੁੱਖ। ਇਸ ਕਰਕੇ ਇੱਥੇ ਕਹਿੰਦੇ ਹਨ ਕਿ ਮਤ ਹਰ ਪੁੱਛੇ ਕੌਣ ਹੈ, ਮੇਰੀ ਜਾਤ ਨਾ ਨਾਮ। ਹੁਣ ਜਾਤ ਦਾ ਨਾਮ ਜਿਹੜਾ ਹੈਗਾ, ਇਹ ਜਿਹੜਾ ਫਿਜ਼ੀਕਲ ਬੋਡੀ, ਇਹਦਾ ਨਾਮ ਹੈਗਾ, ਤੇ ਉਹ ਕਹਿੰਦੇ ਸਾਡਾ ਤਾਂ ਨਾਂ ਹੀ ਨਹੀਂ ਹੈਗਾ, ਕਿਉਂਕਿ ਉਹ ਜੋਤ ਸਰੂਪ ਆ, ਉਹਨਾਂ ਨੂੰ ਆਪਣੇ ਆਪੇ ਦਾ ਗਿਆਨ ਹੈ। ਉਹ ਸਰੀਰ ਆਪਣਾ ਜਿਹੜਾ ਹੈ, ਫਿਜ਼ੀਕਲ ਬੋਡੀ ਨੂੰ ਸਰੀਰ ਨਹੀਂ ਮੰਨਦੇ। ਇਸ ਕਰਕੇ ਕਹਿੰਦੇ ਮਤ ਹਰ ਪੁੱਛੇ ਕੌਣ ਹੈ। ਸਾਨੂੰ ਹੁਣ ਕੋਈ ਪੁੱਛੇ ਜਾਂ ਹੁਕਮ ਦੇ ਵਿੱਚ ਜਦੋਂ ਉਹਨਾਂ ਨੂੰ ਸੋਝੀ ਆ ਗਈ ਹੈਗੀ ਆ, ਤੇ ਉਹ ਹੁਕਮ ਦੇ ਨਾਲ ਜੁੜ ਗਏ ਹਨ, ਤੇ ਫਿਰ ਉਹ ਅਕਾਲ ਮੂਰਤ ਬਣ ਗਏ ਹਨ। ਤੇ ਜਿੰਨਾ ਚਿਰ ਆਪਾਂ ਸਰੀਰ ਨੂੰ ਆਪਣਾ ਆਪਾ ਸਮਝਦੇ ਆ, ਤੇ ਆਪਾਂ ਅਕਾਲ ਮੂਰਤ ਹੈਗੇ ਸਮੇਂ ਦੇ ਵਿੱਚ ਹੈਗਾ। ਤੇ ਇਸ ਕਰਕੇ ਉਸ ਅਵਸਥਾ ਵਿੱਚ ਉਹਨਾਂ ਨੇ ਜਾ ਕੇ ਕਿਹਾ ਹੈਗਾ ਕਿ ਮੋਹੇ ਜਾਤ ਨਾ ਨਾਮ। ਹੁਣ ਮੇਰਾ ਹੀ ਨਾਂ 'ਚ ਕੋਈ ਜਾਤ ਹੈਗੀ ਆ, ਜਾਤ ਕਰਕੇ ਨਾਮ ਹੈਗਾ, ਤੇ ਜੇ ਸਰੀਰ ਨਹੀਂ ਹੋਇਆ ਤਾਂ ਫਿਰ ਕੀ ਹੈਗਾ, ਫਿਰ ਉਹ ਜੋਤ ਸਰੂਪ ਹੋਏਗਾ। ਇਸ ਕਰਕੇ ਆਪਾਂ ਨੂੰ ਆਪਣੇ ਆਪੇ ਦੀ ਸੋਝੀ ਕਰਨ ਦੇ ਲਈ ਆਪਣੇ ਆਪ ਨੂੰ ਜਾਣਨਾ ਪਵੇਗਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਆਪਣਾ ਮੂਲ ਤੋਂ ਪਛਾਣ, ਤੂੰ ਜੋਤ ਦਾ ਸਰੂਪ ਹੈਗਾ, ਤੂੰ ਸਰੀਰ ਨਹੀਂ ਹੈ। ਪਰ ਜਿੰਨਾ ਚਿਰ ਸਰੀਰ ਮੰਨਦਾ ਹੈਗਾ, ਉਹਨਾਂ ਚਿਰ ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ, ਉਹਨਾਂ ਚਿਰ ਮੁੜ ਮੁੜ ਕੇ ਜਨਮ ਲੈਂਦਾ ਰਹਿੰਦਾ ਹੈ। ਜਿਹਨੂੰ ਇਸ ਚੀਜ਼ ਦੀ ਸਮਝ ਪੈ ਜਾਂਦੀ ਹੈ, ਉਹ ਜੀਵਨ ਮੁਕਤ ਆਖੀਏ ਮਰ ਜੀਵੇ ਮਰਿਆ। ਜਿਹੜਾ ਜਿਉਂਦੇ ਜੀ ਆਪਣੀਆਂ ਇੱਛਾਵਾਂ ਨੂੰ ਖਤਮ ਕਰ ਲੈਂਦਾ ਹੈ, ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਇਸ ਸੰਸਾਰ ਤੋਂ ਭਵਜਲ ਤੋਂ ਤਰ ਜਾਂਦਾ ਹੈ। ਤੇ ਜੇ ਕਿਸੇ ਨੂੰ ਗੁਰਬਾਣੀ ਪ੍ਰਤੀ ਕੋਈ ਸ਼ੰਕਾ ਹੋਵੇ ਤਾਂ ਉਹ ਆਪਣਾ ਕਮੈਂਟ ਛੱਡ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।